ਹੈਲੋ ਸਟੂਡੈਂਟਸ, ਅੱਜ ਅਸੀਂ ਕਰਾਂਗੇ ਬਾਵਾ ਬਲਵੰਤ ਦੁਆਰਾ ਲਿਖੀ ਗਈ ਦੂਸਰੀ ਕਵਿਤਾ ਦੇਸ਼। ਅਸੀਂ ਬਾਵਾ ਬਲਵੰਤ ਦੁਆਰਾ ਲਿਖੀ ਪਹਿਲੀ ਕਵਿਤਾ ਪੜ੍ਹੀ ਸੀ ਕੋਸ਼ਿਸ਼ 'ਚ ਹਾਂ। ਦੂਸਰੀ ਕਵਿਤਾ ਅੱਜ ਅਸੀਂ ਪੜ੍ਹਾਂਗੇ ਦੇਸ਼। ਇਸ ਕਵਿਤਾ ਵਿੱਚ ਬੱਚੋ ਕਵੀ ਨੇ ਇੱਕ ਮਹਾਨ ਦੇਸ਼ ਦੇ ਗੁਣ ਦੱਸੇ ਹਨ ਕਿ ਇੱਕ ਜੋ ਦੇਸ਼ ਹੈ ਉਹਦੇ ਵਿੱਚ ਕਿਹੜੇ ਕਿਹੜੇ ਗੁਣ ਹੁੰਦੇ ਨੇ ਜਿਸ ਕਾਰਨ ਉਹ ਮਹਾਨ ਬਣਦਾ ਹੈ। ਆਪਾਂ ਕਵਿਤਾ ਇਸ ਦੇ ਵਿੱਚ ਪੜ੍ਹਾਂਗੇ। ਸ਼ੁਰੂ ਕਰਦੇ ਹਾਂ ਆਪਾਂ ਕਵਿਤਾ। ਉਹ ਹੈ ਦੇਸ਼ ਮਹਾਨ ਜੋ ਆਪਣੇ ਵੇਲੇ ਸਿਰ ਬੀਜੇ ਵਾਹੇ ਖੇਤ, ਸੁੰਨ ਮਸਾਨ ਉਜਾੜਾਂ ਫੇਰ ਬਣਾਏ ਖੇਤ, ਮਿੱਠੇ ਅਤੇ ਮਿੱਠੇ ਗੀਤਾਂ ਦੀ ਛਾਂ ਹੇਠਾਂ ਹਲ ਦੀ ਨੋਕ ਤੋਂ ਬਦਲੇ ਕਲਰਾਂ ਦੀ ਤਸਵੀਰ, ਮਿਹਨਤ ਤੋਂ ਆਪਣੀ ਬਦਲੇ ਆਪਣੀ ਤਕਦੀਰ, ਹੋਵੇ ਮਿਹਨਤ ਦਾ ਪੁਤਲਾ ਹਰ ਜੀਵ ਕਿਸਾਨ, ਉਹ ਹੈ ਦੇਸ਼ ਮਹਾਨ। ਕਵੀ ਬੱਚੇ ਇਸ ਕਵਿਤਾ ਦੇ ਵਿੱਚ ਕਹਿੰਦਾ ਹੈ ਕਿ ਉਹ ਦੇਸ਼ ਹੀ ਮਹਾਨ ਹੈ ਜਿਹੜਾ ਆਪਣੇ ਦੇਸ਼ ਦੇ ਖੇਤਾਂ ਦਾ ਆਪ ਮਾਲਕ ਹੈ ਅਤੇ ਉਹਨਾਂ ਨੂੰ ਵੇਲੇ ਸਿਰ ਵਾਹੁੰਦਾ ਹੈ ਅਤੇ ਬੀਜਦਾ ਹੈ। ਉਹ ਸੁੰਨ ਮਸਾਨ ਉਜਾੜਾਂ ਨੂੰ ਖੇਤ ਬਣਾ ਕੇ ਵਾਹੀ ਹੇਠ ਲੈ ਆਵੇ। ਉਸ ਦੇਸ਼ ਦੇ ਲੋਕ ਮਿੱਠੇ ਮਿੱਠੇ ਗੀਤ ਗਾ ਕੇ ਹਲ ਦੀ ਨੋਕ ਨਾਲ ਕਲਰੀ ਧਰਤੀ ਨੂੰ ਵਾਹ ਕੇ ਉਹਨਾਂ ਨੂੰ ਪੈਦਾਵਾਰ ਦੇਣ ਵਾਲੀ ਜ਼ਮੀਨ ਵਿੱਚ ਬਦਲ ਕੇ ਉਹਨਾਂ ਦੀ ਕਿਸਮਤ ਬਦਲ ਸਕਦਾ ਹੋਵੇ। ਉਹ ਦੇਸ਼ ਦੇ ਲੋਕ ਆਪਣੀ ਮਿਹਨਤ ਨਾਲ ਆਪਣੀ ਤਕਦੀਰ ਬਦਲ ਸਕਦੇ ਹੋਣ, ਅਰਥਾਤ ਉਹਨਾਂ ਦੀ ਮਿਹਨਤ ਦਾ ਪੂਰਾ ਮੁੱਲ ਪੈਂਦਾ ਹੋਵੇ। ਉੱਥੋਂ ਦਾ ਹਰ ਇਨਸਾਨ ਮਿਹਨਤ ਦਾ ਪੁਤਲਾ ਹੋਵੇ। ਅਜਿਹੇ ਦੇਸ਼ ਨੂੰ ਹੀ ਮਹਾਨ ਕਿਹਾ ਜਾ ਸਕਦਾ ਹੈ। ਅੱਗੇ ਕਵੀ ਕਹਿੰਦਾ ਹੈ, ਦਿਲ ਵਿੱਚ ਹਰ ਦਾਣੇ ਦਾ ਹੋਵੇ ਪਿਆਰ ਅਪਾਰ, ਤਾਰੇ ਡੁੱਬਣ ਤੋਂ ਪਹਿਲਾਂ ਪਹਿਲਾਂ ਜਲ ਧਾਰ, ਹਰਿਆ ਖੇਤਾਂ ਦੇ ਵਿੱਚ ਦਰਪਣ ਰੂਪ ਫਿਰੇ, ਖੁਸ਼ ਹੋਵਣ ਫਸਲਾਂ ਆਪਣੀ ਹੀ ਸੂਰਤ 'ਤੇ, ਹੀਰੇ ਰੰਗ ਹੋਵਣ ਘਰ ਅੰਦਰੋਂ ਬਾਹਰੋਂ ਸਾਫ਼, ਇੱਕ ਦੂਜੇ ਦੀ ਗਲਤੀ ਨੂੰ ਕਰ ਦੇਵਣ ਮਾਫ਼, ਜੇ ਖੇਤਾਂ ਦੇ ਰਾਖੇ ਐਸੇ ਹੋਣ ਜਵਾਨ, ਤਾਂ ਹੈ ਦੇਸ਼ ਮਹਾਨ। ਕਵੀ ਕਹਿੰਦਾ ਹੈ ਕਿ ਉਹ ਦੇਸ਼ ਮਹਾਨ ਹੈ ਜਿਸ ਦੇ ਲੋਕਾਂ ਦਾ ਆਪਣੇ ਦੇਸ਼ ਦੇ ਦਾਣੇ ਦਾਣੇ ਨਾਲ ਅਥਾਹ ਪਿਆਰ ਹੋਵੇ, ਜਿਸ ਦੇਸ਼ ਵਿੱਚ ਤਾਰੇ ਡੁੱਬਣ ਤੋਂ ਪਹਿਲਾਂ ਪਹਿਲਾਂ ਸੁਵਖਤੇ ਉੱਠ ਕੇ ਕੰਮ ਕਰਨ ਵਿੱਚ ਜੁਟ ਜਾਣ ਵਾਲੇ ਮਿਹਨਤੀ ਕਿਸਾਨਾਂ ਦੁਆਰਾ ਹਰੇ ਖੇਤਾਂ ਵਿੱਚ ਭਰੀ ਪਾਣੀ ਦੀ ਧਾਰਾ ਸ਼ੀਸ਼ੇ ਵਾਂਗ ਫਿਰਦੀ ਹੋਵੇ ਅਤੇ ਉਸ ਵਿੱਚੋਂ ਆਪਣੀ ਹੀ ਸੂਰਤ ਦੇਖ ਕੇ ਫਸਲਾਂ ਖੁਸ਼ ਹੁੰਦੀਆਂ ਹੋਣ, ਲੋਕਾਂ ਦੇ ਘਰ ਅੰਦਰੋਂ ਅਤੇ ਬਾਹਰੋਂ ਹੀਰਿਆਂ ਵਰਗੇ ਸਾਫ਼ ਦਿਖਾਈ ਦਿੰਦੇ ਹੋਣ, ਉਹ ਇੱਕ ਦੂਜੇ ਦੀ ਗਲਤੀ ਨੂੰ ਮਾਫ਼ ਕਰਦੇ ਹੋਣ, ਜਿੱਥੋਂ ਦੇ ਰਾਖੇ ਇਹੋ ਜਿਹੇ ਜਵਾਨ ਮਨੁੱਖ ਹੋਣ, ਅਜਿਹਾ ਦੇਸ਼ ਸੱਚਮੁੱਚ ਹੀ ਮਹਾਨ ਹੁੰਦਾ ਹੈ। ਅੱਗੇ ਕਵੀ ਕਹਿੰਦਾ ਹੈ, ਉਹ ਹੈ ਦੇਸ਼ ਮਹਾਨ ਕੱਚੇ ਖੇਤ ਨ ਹੋਵਣ ਜਿਸ ਦੇ ਰੋਜ਼ ਨਿਲਾਮ, ਸੁੱਧ ਦੀਆਂ ਲੀਕਾਂ ਦੇ ਜੋ ਨਾ ਹੋਵਣ ਗੁਲਾਮ, ਜਿਸ ਨੂੰ ਹੋਸ਼ ਰਹੇ ਕੱਲ ਪੈ ਸਕਦਾ ਏ ਕਾਲ, ਜਿਸ ਦੀ ਅਣਖ ਤੁਰੇਗੀ ਆਪਣਾ ਆਪ ਸੰਭਾਲ, ਉਹ ਹੈ ਦੇਸ਼ ਮਹਾਨ ਉਹ ਸਵਰਗ ਸਮਾਨ। ਕਵੀ ਕਹਿੰਦਾ ਹੈ ਕਿ ਉਹ ਦੇਸ਼ ਮਹਾਨ ਹੈ ਜਿਸ ਦੇਸ਼ ਵਿੱਚ ਖੇਤਾਂ ਨੂੰ ਵਾਹਣ ਬੀਜਣ ਅਤੇ ਗੋਡਣ ਵਾਲਿਆਂ ਦੇ ਕੱਚੇ ਖੇਤ ਕਰਜ਼ੇ ਦੀ ਉਗਰਾਹੀ ਲਈ ਸ਼ਾਹੂਕਾਰ ਨਿਲਾਮ ਕਰਕੇ ਨਾ ਲੈ ਜਾਂਦਾ ਹੋਵੇ ਅਤੇ ਜਿੱਥੇ ਦੇ ਲੋਕ ਸੂਦ ਦੀ ਲਿਖਤ ਦੇ ਗੁਲਾਮ ਨਾ ਹੋਣ, ਜਿਸ ਦੇਸ਼ ਦੇ ਲੋਕਾਂ ਨੂੰ ਇਹ ਪਤਾ ਰਹੇ ਕਿ ਕੱਲ੍ਹ ਨੂੰ ਕਾਲ ਪੈਣ ਨਾਲ ਖਾਣ ਪੀਣ ਦੀ ਤੰਗੀ ਪੈਦਾ ਹੋ ਸਕਦੀ ਹੈ, ਜਿਸ ਦੇਸ਼ ਦੀ ਅਣਖ ਹਰ ਸਮੇਂ ਆਪਣਾ ਆਪ ਸੰਭਾਲ ਕੇ ਰੱਖਦੀ ਹੈ, ਅਰਥਾਤ ਜਿਸ ਦੇਸ਼ ਦੇ ਲੋਕ ਆਪਣੀ ਅਣਖ ਦੀ ਰਖਵਾਲੀ ਦੀ ਹਰ ਸਮੇਂ ਤੜਫ ਰੱਖਦੇ ਹੋਣ, ਅਜਿਹਾ ਦੇਸ਼ ਹੀ ਮਹਾਨ ਹੈ ਅਤੇ ਉਹ ਸਵਰਗ ਦੇ ਸਮਾਨ ਹੈ। ਅੱਗੇ ਕਵੀ ਕਹਿੰਦਾ ਹੈ, ਹਮਸਾਏ ਦੇਸ਼ਾਂ 'ਤੇ ਜਿਸ ਥਾਂ 'ਤੇ ਬਲਵਾਨ ਨਸਲ ਦੀਆਂ ਗਾਰਾਂ 'ਚ ਛਿਣਕਣ ਦਾ ਅਪਮਾਨ, ਆਪਣੇ ਹੱਕਾਂ ਨੂੰ ਜੋ ਖੋਵਣ ਨਾ ਦੇਵਣ ਵੀਰ, ਹਮਸਾਇਆ ਨੂੰ ਉੱਡਦੇ ਦੇਖ ਨਾ ਮਾਰਨ ਤੀਰ, ਸਹਿਣਾ ਜ਼ੁਲਮ ਵੀ ਹੋਵੇ ਜਿਸ ਦੀ ਸਮਝ 'ਚ ਪਾਪ, ਕੋਈ ਦੂਸਰਿਆਂ 'ਤੇ ਜ਼ੁਲਮ ਕਰੇ ਨਾ ਆਪ। ਕਵੀ ਕਹਿੰਦਾ ਹੈ ਕਿ ਜਿਸ ਦੇ ਬਲਵਾਨ ਲੋਕ ਨਸਲੀ ਵਿਤਕਰੇ ਦੇ
ਸ਼ਿਕਾਰ ਹੋ ਕੇ ਦੂਜੀ ਨਸਲ ਦੇ ਬੰਦਿਆਂ ਉੱਪਰ ਅਪਮਾਨ ਦਾ ਚਿੱਕੜ ਨਾ ਸੁੱਟਣ, ਜਿਹੜੇ ਕਿਸੇ ਨੂੰ ਆਪਣੇ ਹੱਕ ਖੋਣ ਨਾ ਦੇਣ ਅਤੇ ਗੁਆਂਢੀਆਂ ਦੀ ਤਰੱਕੀ ਕਰਦੇ ਦੇਖ ਕੇ ਉਹਨਾਂ ਨੂੰ ਈਰਖਾ ਤੇ ਵੈਰ ਦੇ ਤੀਰ ਨਾ ਮਾਰਨ, ਜਿਨ੍ਹਾਂ ਲਈ ਜ਼ੁਲਮ ਸਹਿਣਾ ਵੀ ਪਾਪ ਹੋਵੇ, ਅਜਿਹੇ ਜਿੱਥੋਂ ਦੇ ਵਾਸੀ ਆਪ ਵੀ ਦੂਜਿਆਂ ਉੱਪਰ ਜ਼ੁਲਮ ਨਾ ਕਰਨ, ਉਹੀ ਦੇਸ਼ ਮਹਾਨ ਹੁੰਦਾ ਹੈ। ਅੱਗੇ ਕਵੀ ਕਹਿੰਦਾ ਹੈ, ਹਰ ਦਿਲ ਵਿੱਚ ਹੋਵੇ ਮਾਨਵ ਸ਼ਕਤੀ ਦਾ ਰੂਪ, ਇੱਕ ਬੱਚੇ ਵਿੱਚ ਨਜ਼ਰ ਨਾ ਆਏ ਕੋਹਜ ਕਰੂਪ, ਹਰ ਇੱਕ ਵਾਸੀ ਆਏ ਹੱਸਦਾ ਨਜ਼ਰ ਅਰੋਗ, ਉਸ ਧਰਤੀ ਦਾ ਏ ਹਰ ਜਰਾ ਪੂਜਣ ਯੋਗ, ਜਿਸ ਥਾਂ ਦੇਸ਼ ਵਿਰੋਧੀ ਇੱਕ ਨਵੀਂ ਇਨਸਾਨ, ਧਰਤੀ ਮਾਤਾ ਨੂੰ ਜੋ ਪੂਜਣ ਰੱਬ ਸਮਾਨ, ਉਹ ਹੈ ਦੇਸ਼ ਮਹਾਨ। ਕਵੀ ਕਹਿੰਦਾ ਹੈ ਕਿ ਜਿਸ ਵਿੱਚ ਵਸਦੇ ਹਰ ਬੰਦੇ ਦੇ ਦਿਲ ਵਿੱਚ, ਜਿਸ ਦੇਸ਼ ਵਿੱਚ ਵਸਦੇ ਹਰ ਬੰਦੇ ਦੇ ਦਿਲ ਵਿੱਚ ਇਨਸਾਨੀ ਸ਼ਕਤੀ ਦਾ ਨਿਵਾਸ ਹੋਵੇ ਅਤੇ ਕਿਸੇ ਇੱਕ ਬੱਚੇ ਵਿੱਚ ਵੀ ਕੋਝ ਜਾਂ ਕਰੂਪਤਾ ਨਜ਼ਰ ਨਾ ਆਵੇ, ਹਰ ਇੱਕ ਵਾਸੀ ਹੱਸਦਾ ਅਤੇ ਅਰੋਗ ਨਜ਼ਰੀ ਆਵੇ, ਉਸ ਧਰਤੀ ਦਾ ਇੱਕ ਇੱਕ ਕਿਣਕਾ ਪੂਜਣ ਯੋਗ ਹੁੰਦਾ ਹੈ। ਜਿਸ ਧਰਤੀ ਉੱਤੇ ਇੱਕ ਵੀ ਦੇਸ਼ ਵਿਰੋਧੀ ਇਨਸਾਨ ਨਾ ਵਸਦਾ ਹੋਵੇ ਅਤੇ ਜਿੱਥੋਂ ਦੇ ਲੋਕ ਆਪਣੀ ਧਰਤੀ ਮਾਤਾ ਨੂੰ ਰੱਬ ਦੇ ਬਰਾਬਰ ਸਮਝ ਕੇ ਪੂਜਦੇ ਹੋਣ, ਅਜਿਹੇ ਦੇਸ਼ ਨੂੰ ਹੀ ਮਹਾਨ ਆਖਿਆ ਜਾ ਸਕਦਾ ਹੈ। ਇਹ ਸੀ ਬੱਚਿਓ ਬਾਬਾ ਬਲਵੰਤ ਦੁਆਰਾ ਲਿਖੀ ਗਈ ਦੂਸਰੀ ਕਵਿਤਾ ਦੇਸ਼, ਜਿਸ ਵਿੱਚ ਉਸਨੇ ਇੱਕ ਦੇਸ਼ ਦੇ ਗੁਣ ਦੱਸੇ ਨੇ ਕਿ ਕਿਹੜੇ ਕਿਹੜੇ ਇੱਕ ਮਹਾਨ ਦੇਸ਼ ਦੇ ਵਿੱਚ ਗੁਣ ਹੁੰਦੇ ਨੇ, ਜਿਸ ਨਾਲ